ਹੁਣ ਅੱਗੇ ਵਧਦੇ ਤੇ ਗੱਲ ਪਰਾਲੀ ਦੀ ਕਰਾਂਗੇ। ਝੋਨੇ ਦਾ ਸੀਜ਼ਨ ਨਿਕਲਿਆ ਤੇ ਇਸ ਸਭ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਪਰਾਲੀ ਦਾ ਮੁੱਦਾ ਸੁਰਖੀਆਂ ਦੇ ਵਿੱਚ ਹੈ ਤੇ ਮਾਮਲੇ ਸਾਹਮਣੇ ਆ ਰਹੇ ਨੇ ਪੰਜਾਬ ਤੋਂ ਵੀ, ਜਦੋਂ ਪਰਾਲੀ ਨੂੰ ਅੱਗ ਕਿਸਾਨਾਂ ਦੇ ਵੱਲੋਂ ਲਗਾਈ ਗਈ ਹੈ। ਗੱਲ ਉਸ ਦੀ ਪਰਾਲੀ ਪ੍ਰਦੂਸ਼ਣ ਅਤੇ ਪਰੇਸ਼ਾਨੀ ਦੀ। पंजाब दे विच 24 घंटिਆਂ ਦੇ ਵਿੱਚ ਪਰਾਲੀ ਸੜਨ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਨੇ। ਕੱਲ ਯਾਨੀ ਕਿ ਮੰਗਲਵਾਰ ਨੂੰ ਤਕਰੀਬਨ 4500 ਥਾਵਾਂ ਦੇ ਉੱਤੇ 4500 ਥਾਵਾਂ ਦੇ ਉੱਤੇ ਪਰਾਲੀ ਸਾੜੀ ਗਈ। ਇਸ ਵਾਰ ਦੇ ਸੀਜ਼ਨ ਦੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਪਰਾਲੀ ਸੜਨ ਦੇ ਮਾਮਲੇ ਸਾਹਮਣੇ ਆਏ ਨੇ। ਇਕੱਲੇ ਦੱਖਣੀ ਮਾਲਵਾ ਦੇ ਵਿੱਚ ਹੀ 45% ਕੇਸ ਸਾਹਮਣੇ ਆਏ ਨੇ। ਕਈ ਜ਼ਿਲ੍ਹਿਆਂ ਦੇ ਵਿੱਚ ਖਤਰੇ ਦੇ ਪੱਧਰ ਤੱਕ ਪ੍ਰਦੂਸ਼ਣ ਪਹੁੰਚਿਆ ਹੈ। ਇਹ ਪੀਜੀਆਈ ਸੈਟੇਲਾਈਟ ਮੈਪਿੰਗ ਦੇ ਅੰਕੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 4500 ਥਾਵਾਂ ਦੇ ਉੱਤੇ ਇਹ ਅੰਕੜੇ ਰਿਪੋਰਟ ਕੀਤੇ ਗਏ ਨੇ। ਕਈ ਜ਼ਿਲ੍ਹਿਆਂ ਦੇ ਵਿੱਚ ਖਤਰੇ ਦੇ ਪੱਧਰ ਦੇ ਉੱਤੇ ਵੀ ਪ੍ਰਦੂਸ਼ਣ ਪਹੁੰਚ ਗਿਆ। ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਪਰਾਲੀ ਨੂੰ ਅੱਗ ਲਗਾਈ ਜਾਏਗੀ ਤਾਂ ਫਿਰ ਲਾਜ਼ਮੀ ਤੌਰ ਤੇ ਗੱਲ ਹੈ ਕਿ ਪ੍ਰਦੂਸ਼ਣ ਤਾਂ ਪੂਰੇ ਇਲਾਕੇ ਦੇ ਵਿੱਚ ਹੋਏਗਾ। ਜਿੱਥੇ ਪਰਾਲੀ ਸਾੜੀ ਜਾ ਰਹੀ ਹੈ ਉੱਥੇ ਵੀ ਤੇ ਉਸ ਤੋਂ ਦੂਰ ਥਾਵਾਂ ਦੇ ਉੱਤੇ ਵੀ। ਤਾਂ ਪੰਜਾਬ ਦੇ ਵਿੱਚ ਪਰਾਲੀ ਸੜਨ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ ਕੁੱਲ ਮਾਮਲੇ ਕਿੰਨੇ ਸਾਹਮਣੇ ਆਏ ਨੇ ਉਹ ਤੁਹਾਨੂੰ ਦੱਸ ਰਿਹਾ ਸੀ। 47409 ਇੱਕ ਦਿਨ ਦੇ ਵਿੱਚ ਹੀ 5079 ਮਾਮਲੇ। ਦੱਖਣੀ ਮਾਲਵਾ ਬੈਲਟ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆਈ ਹੈ। ਹੁਣ ਸਾਊਥ ਮਾਲਵਾ ਵੀ ਤੁਹਾਨੂੰ ਦੱਸ ਦਿੰਦੇ ਆ। ਇਕੱਲੇ ਦੱਖਣੀ ਮਾਲਵਾ ਦੇ ਵਿੱਚ 45% ਕੇਸ ਨੇ। 19383 ਕੇਸਿਸ ਰਿਪੋਰਟ ਕੀਤੇ ਗਏ ਨੇ। ਨਵੰਬਰ ਦੇ ਵਿੱਚ ਮਾਮਲੇ ਜਿਹੜੇ ਕਰੀਬ 9 ਦਿਨਾਂ ਦੇ ਵਿੱਚ 15537 ਕੇਸ। ਇਹ ਪੂਰਾ ਤੁਹਾਨੂੰ ਸਾਊਥ ਮਾਲਵਾ ਦੱਸ ਰਹੇ ਹਾਂ। ਤੇ 9 ਨਵੰਬਰ ਦੇ ਦਿਨ ਸਾਊਥ ਮਾਲਵਾ ਤੋਂ 2276 ਕੇਸਿਸ ਰਿਪੋਰਟ ਕੀਤੇ ਗਏ ਨੇ। जलाने की घटनाएं बढ़ रही हैं और जिससे कि जो वातावरण है जो वो भी दूषित हो रहा है। और अगर हम बात करें दिल्ली की, तो दिल्ली सरकार पंजाब के किसानों पर यह आरोप लगा रही है कि पराली जलाने से जो है वो दिल्ली का प्रदूषण बढ़ रहा है। और मैं इस वक्त मौजूद हूँ फतेहगढ़ साहब में। आप मेरे पीछे देख सकते हैं कि यहाँ पर जो है पराली जलाई जा रही है और कुछ किसान भी हमारे साथ हैं। उन्हीं से भी बात करेंगे कि क्या आखिरकार क्यों वो खेतों में जो है वो आग लगा रहे हैं और जो ये प्रदूषण का जो है वो किस तरह से असर उनकी ज़िंदगी में भी उसका पड़ता है। अब ये बताइए कि ये जो पराली जलाई जा रही है, क्यों आप पराली जला रहे हो? मजबूरी है सर, हमारे पास मशीनरी नहीं है, छोटा किसान है इसलिए जला रहे हैं। इसका हमारे पास कोई हल नहीं जलाने से सिवा। अच्छा ये बताइए कि दिल्ली सरकार कह रही है कि जो आप ये पराली जला रहे हैं उससे प्रदूषण फैल रहा है। प्रदूषण तो और किसी का नहीं है। भट्ठे हैं, कितनी गाड़ी चलती है, ये तो सिर्फ 10 दिन का काम है, 15 दिन का, इसी से प्रदूषण होता है। तो ये दिल्ली सरकार किसानों के ऊपर इस तरह का ब्लेम करना नहीं, हमारा जो पंजाब का तो सिर्फ दिल्ली में जाता है, आगे पीछे नहीं रुकता। दिल्ली कहते ना दिल्ली में आता है, आगे पीछे कहीं नहीं रुकता। तो इसका असर जो जलाते हो इसका असर आपको भी होता है? बिल्कुल ना, हमको भी होता है, हमारे बच्चों को भी होता है। हमको तो सबसे ज़्यादा होता है, हम बीच खड़े हैं, हमको तो सबसे ज़्यादा होता है। तो क्या करना चाहिए सरकार को कि इस तरह से आपको मजबूर ना होना पड़े? सरकार हमको मशीनरी दे, सस्ते रेट पे दे। कोई जो कोऑपरेटिव स्टेट है उसमें मशीनरी आज बड़ा किसान तो लेता है, छोटा कहाँ से लाएगा। तो किसानों का साफ तौर से कहना है कि सरकार उनकी मदद करे तो वो पराली जलाना छोड़ देंगे। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਪੋਲਿਊਸ਼ਨ ਦਾ ਸਤਰ ਵੱਧਦਾ ਜਾ ਰਿਹਾ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਤੇ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ। ਪਰ ਇਸ ਦੇ ਪਿੱਛੇ ਵਜ੍ਹਾ ਕਿਸਾਨ ਨੂੰ ਦੱਸਿਆ ਜਾ ਰਿਹਾ, ਪਰ ਕਿਸਾਨ ਕੋਈ ਹੋਰ ਤਰਕ ਦੇ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਸਿਰਫ ਕਿਸਾਨ ਪੋਲਿਊਸ਼ਨ ਦੇ ਲਈ ਜ਼ਿੰਮੇਵਾਰ ਨਹੀਂ ਹੈ। ਪਰ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਬਠਿੰਡਾ ਦੀਆਂ ਕਿ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਖੇਤ ਨੇ ਉਹ ਸੜੇ ਹੋਏ ਨਜ਼ਰ ਆ ਰਹੇ ਨੇ। ਪਰਾਲੀ ਦੀ ਜਿਹੜੀ ਵੇਸਟੇਜ ਹੈ ਉਹਨਾਂ ਨੂੰ ਕਿਸਾਨਾਂ ਨੇ ਅੱਗ ਲਾਈ ਹੋਈ ਹੈ। ਪਰ ਕਿਸਾਨ ਇਸ ਦੇ ਪਿੱਛੇ ਤਰਕ ਦੇ ਰਹੇ ਨੇ ਕਿ ਸਰਕਾਰ ਕਿਸਾਨ ਦੀ ਕੋਈ ਮਦਦ ਨਹੀਂ ਕਰ ਰਹੀ। ਨਾ ਤਾਂ ਸਰਕਾਰ ਉਹਨਾਂ ਨੂੰ ਬਣਦਾ ਮੁਆਵਜ਼ਾ ਦੇ ਰਹੀ ਹੈ ਤੇ ਨਾ ਹੀ ਉਸ ਤਰ੍ਹਾਂ ਦੇ ਸੰਦ ਕੋਈ ਮੁਹੱਈਆ ਕਰਾਏ ਜਾ ਰਹੇ ਨੇ ਜਾਨ ਜੋ ਕਿਸਾਨ ਇਸ ਵੇਸਟੇਜ ਨੂੰ ਅੱਗ ਨਾ ਲਾਵੇ। ਕਿਤੇ ਨਾ ਕਿਤੇ ਕਿਸਾਨ ਦੋ ਚਿੱਤੀ 'ਚ ਨੇ। ਇੱਕ ਪਾਸੇ ਸਰਕਾਰਾਂ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਦੀਆਂ ਤੇ ਦੂਸਰੇ ਪਾਸੇ ਕਿਸਾਨ ਫਿਰ ਵੀ ਮਜਬੂਰੀ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਵੇਸਟੇਜ ਨੂੰ ਅੱਗ ਲਾ ਰਹੇ ਨੇ। ਪਰ ਪੋਲਿਊਸ਼ਨ ਦਾ ਸਤਰ ਇਸ ਤਰ੍ਹਾਂ ਵੱਧ ਗਿਆ ਹੈ ਕਿ ਲੋਕਾਂ ਨੂੰ ਘਰੋਂ ਨਿਕਲਣਾ ਮੁਸ਼ਕਲ ਹੋਇਆ, ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹ ਲੋਕਾਂ ਨੂੰ ਘੇਰ ਰਹੀਆਂ ਨੇ। ਤਾਂ ਕਰਕੇ ਕਿਸਾਨ ਇਹ ਕਹਿ ਰਹੇ ਨੇ ਕਿ ਸਰਕਾਰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਸਰਕਾਰ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੀ ਮਦਦ ਕਰੇ ਤੇ ਕਿਸਾਨ ਇਹ ਜਿਹੜੀ ਵੇਸਟੇਜ ਆ ਪਰਾਲੀ ਦੀ ਉਸ ਨੂੰ ਅੱਗ ਲਾਉਣਾ ਬੰਦ ਕਰਨ, ਜੋ ਪੰਜਾਬ ਔਰ ਨਾਲ ਦੇ ਸੂਬਿਆਂ ਦੇ ਵਿੱਚ ਪੋਲਿਊਸ਼ਨ ਦਾ ਸਤਰ ਘਟ ਜਾਵੇ।
ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਅਪੀਲ ਵੀ ਕਰ ਰਹੀ ਹੈ ਕਿ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਓ, ਔਰ ਦੂਜੇ ਪਾਸੇ ਮਸ਼ੀਨਾਂ ਵੀ ਸਬਸਿਡੀ ਤੇ ਦੇਣ ਦੀ ਗੱਲ ਕਰ ਰਹੀ ਹੈ। ਕਿਉਂਕਿ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਵੀ ਪਿਛਲੇ ਦਿਨੀ ਜਿਹੜਾ 10 ਸੁਸਾਇਟੀਆਂ ਨੂੰ ਜਿਹੜਾ ਬੇਲਰ ਦਿੱਤੇ ਗਏ ਸੀ, ਲੇਕਿਨ ਕਿਸਾਨਾਂ ਦੀ ਫਿਰ ਵੀ ਮਜਬੂਰੀ ਬਣੀ ਹੋਈ ਹੈ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ, ਔਰ ਕਿਸਾਨ ਉਸ ਨੂੰ ਆਪਣੀ ਮਜਬੂਰੀ ਦੱਸ ਰਹੇ ਹੈ। ਕਿਉਂਕਿ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਇੱਕ ਤਾਂ ਡੀਜ਼ਲ ਮਹਿੰਗਾ ਹੋ ਚੁੱਕਾ ਹੈ, ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਸਬਸਿਡੀ ਵਾਲੀ ਮਸ਼ੀਨਾਂ ਦੀ ਤੇ ਉਹਨਾਂ ਬੇਲਰਾਂ ਨੂੰ ਵੀ ਖਿੱਚਣ ਲਈ ਵੱਡੇ ਟਰੈਕਟਰ ਚਾਹੀਦੇ ਆ। ਅਸੀਂ ਇਸ ਟਾਈਮ ਖੜੇ ਹਾਂ ਕੁਝ ਕਿਸਾਨਾਂ ਕੋਲ, ਉਹਨਾਂ ਨਾਲ ਗੱਲ ਕਰਾਂਗੇ ਕਿ ਇੰਨਾ ਜਾਗਰੂਕ ਕਰਨ ਦੇ ਬਾਅਦ ਜਾਂ ਮਸ਼ੀਨਾਂ ਮਿਲਣ ਤੋਂ ਬਾਅਦ ਫਿਰ ਵੀ ਕਿਸਾਨ ਮਜਬੂਰ ਨੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਲਈ। ਕੀ ਕਾਰਨ ਹੈ, ਕੀ ਮਜਬੂਰੀ ਹੈ ਕਿ ਖੇਤਾਂ ਦੇ ਵਿੱਚ ਫਿਰ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ? ਵੀਰ ਜੀ ਕੀ ਨਾਮ ਹੈ ਤੁਹਾਡਾ, ਕੀ ਕਹੋਗੇ ਕਿ ਕਿਸਾਨ ਫਿਰ ਵੀ ਮਜਬੂਰ ਹੈ ਖੇਤਾਂ 'ਚ ਪਰਾਲੀ ਨੂੰ? ਮਜਬੂਰੀ ਡੀਜ਼ਲ ਬਹੁਤ ਮਹਿੰਗਾ ਜੀ, ਡੀਜ਼ਲ 100 ਰੁਪਏ ਤੋਂ ਉੱਪਰ ਆਈ ਜਿਹੜਾ ਅਸੀਂ ਭਰਾ ਕੇ ਰੱਖਿਆ ਹੋਇਆ। ਪਰ ਸਾਡੀ ਸਮੱਸਿਆ ਇਹ ਹੀ ਹੈ ਜਿਹੜੇ ਹੁਣ ਬੇਲਰ ਵੀ ਚੱਕ ਕੇ ਪੰਡਾ ਬੰਨ੍ਹ ਕੇ ਲੈ ਜਾਂਦੇ, ਬਾਅਦ ਵਿੱਚ ਚੱਕਰ ਨਹੀਂ ਆਉਂਦੇ। ਮਜਬੂਰੀ ਇਹ ਹੈ ਜੀ, ਕਣਕ ਨਹੀਂ ਸਹੀ ਬੀਜੀ ਜਾਂਦੀ ਪਰਾਲੀ ਦੇ ਵਿੱਚ। ਪਰਾਲੀ ਵਿੱਚ ਉਹ ਜੇ ਆਪਾਂ ਪਾਲਾਂ ਦੇ ਵਿੱਚ ਅੱਗ ਨਾ ਲਾਈਏ ਫਿਰ ਮਾੜੀ ਮੋਟੀ ਬੀਜੀ ਜਾਂਦੀ ਹੈ ਸਹੀ, ਤੇ ਪਰ ਜੇ ਪਰਾਲੀ ਉਹ ਖਤਮ ਨਹੀਂ ਕਰਦਾ ਜੀ ਹੈਪੀ ਫੀਡਰ। ਜੇ ਪਰਾਲੀ ਖਤਮ ਕਰੇ ਸਾਨੂੰ ਫਾਇਦਾ ਹੈਗਾ ਜੇ ਪਰਾਲੀ ਦੇ ਵਿੱਚ ਕਣਕ ਸਹੀ ਬੀਜੀ ਜਾਵੇ ਕਿਸਾਨ ਨੂੰ, ਪਰ ਇਹਨਾਂ ਦੇ ਨਾਲ ਹਜੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਗਾ। ਜੇ ਛੋਟੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਛੋਟੇ ਕਿਸਾਨਾਂ ਕੋਲ ਵੱਡੇ ਟਰੈਕਟਰ ਵੀ ਹੈ ਨਹੀਂ, ਜਿਹੜੀਆਂ ਮਸ਼ੀਨਾਂ ਦਿੰਦੇ ਆ ਉਹ ਵੀ ਕਿਹਾ ਜਾ ਰਿਹਾ ਕਿ ਵੱਡੇ ਟਰੈਕਟਰਾਂ 'ਤੇ ਚੱਲਦੀਆਂ। ਸਾਡੇ ਨਾਲ ਬਲੌਰ ਸਿੰਘ ਜੀ ਨੇ, ਇਹਨਾਂ ਨਾਲ ਗੱਲ ਕਰਦੇ ਆ। ਬਲੌਰ ਸਿੰਘ ਜੀ, ਕਿਸਾਨ ਲਗਾਤਾਰ ਖੇਤਾਂ 'ਚ ਪਰਾਲੀ ਨੂੰ ਅੱਗ ਲਾ ਰਹੇ ਆ, ਹਾਲਾਂਕਿ ਸਰਕਾਰਾਂ ਇਸ ਨੂੰ ਰੋਕਣ ਦਾ ਪੂਰਾ ਪ੍ਰਯਾਸ ਕਰ ਰਹੀਆਂ, ਫਿਰ ਵੀ ਨਹੀਂ ਰੁਕ ਰਹੀ। ਸਰਕਾਰਾਂ ਜਿਹੜੀਆਂ ਨਾ ਉਹ ਠੀਕ ਢੰਗ ਤਰੀਕਾ ਨਹੀਂ ਵਰਤਦੀਆਂ। ਜਿਵੇਂ ਹੁਣ ਆ ਪਰਾਲੀ ਆ, ਇੱਥੇ ਪਰਾਲੀ ਜੇ ਸਰਕਾਰ ਫ੍ਰੀ ਖਾਤੇ ਚੁਕਾ ਲਵੇ ਕਿਸਾਨ ਨੂੰ ਕੋਈ ਇਤਰਾਜ਼ ਨਹੀਂ। ਜਦੋਂ ਸਰਕਾਰ ਫ੍ਰੀ ਖਾਤੇ ਚੁਕਾਉਂਦੀ ਨਹੀਂ, ਕਿਸਾਨਾਂ ਨੂੰ 1500 ਰੁਪਈਆ ਇੱਕ ਕਿੱਲੇ ਮਗਰ ਇੱਥੇ ਇਹਦਾ ਚੱਕਣ ਦਾ ਦੇਣਾ ਪੈਂਦਾ ਹੈਗਾ। ਜਿਹੜੇ ਬੰਦੇ ਪਰਾਲੀ ਚੱਕਦੇ ਨੇ ਉਹ ਗਾਂ ਕਿਸਾਨਾਂ ਤੋਂ ਵੀ ਪੈਸੇ ਲੈਂਦੇ ਨੇ, ਗਾਂ ਜਿੱਥੇ ਜਾ ਕੇ ਪਰਾਲੀ ਦਿੰਦੇ ਨੇ ਉਹਨਾਂ ਤੋਂ ਵੀ ਪੈਸੇ ਲੈਂਦੇ ਨੇ। ਬਿਲਕੁਲ ਕਿਸਾਨ ਆਪਣੀ ਮਜਬੂਰੀ ਦੱਸ ਰਹੇ ਨੇ ਕਿਉਂਕਿ ਜਿਹੜੇ ਛੋਟੇ ਕਿਸਾਨ ਹੈ, ਛੋਟੇ ਕਿਸਾਨਾਂ ਕੋਲ ਤਾਂ ਟਰੈਕਟਰ ਵੀ ਉਹ ਹੈ ਨਹੀਂ ਜਿਹੜੇ ਮਸ਼ੀਨਾਂ ਨੂੰ ਖਿੱਚ ਸਕੇ। ਮੰਗ ਇਹ ਵੀ ਹੈ ਕਿ ਅਗਰ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣਾ ਹੈ ਤਾਂ ਇਹ ਜਿਹੜੀ ਪਰਾਲੀ ਹੈ ਖੇਤਾਂ ਦੇ ਵਿੱਚ ਫ੍ਰੀ ਚੱਕੀ ਜਾਵੇ, ਔਰ ਜਿਹੜੀਆਂ ਟਰੈਕਟਰ ਵੱਡੇ ਟਰੈਕਟਰ ਹੈ ਔਰ ਮਸ਼ੀਨਾਂ ਉਹ ਵੀ ਫ੍ਰੀ ਦਿੱਤੀਆਂ ਜਾਣ। ਕਿਉਂਕਿ ਅਗਰ ਪੋਲਿਊਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੋਲਿਊਸ਼ਨ ਦੇ ਵਿੱਚ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਪੋਲਿਊਸ਼ਨ ਸਾਨੂੰ ਇਫੈਕਟ ਕਰਦਾ, ਉਸ ਤੋਂ ਬਾਅਦ ਹਵਾ ਦੇ ਵਿੱਚ ਜਾਂਦਾ। ਮੰਗ ਇਹੀ ਹੈ ਕਿ ਸਰਕਾਰਾਂ ਇਸ 'ਤੇ ਸਹੀ ਧਿਆਨ ਦੇਣ ਤਾਂ ਕਿ ਇਸ ਪਰਾਲੀ ਨੂੰ ਅੱਗ ਲਾਉਣ ਤੋਂ ਬਚਿਆ ਜਾ ਸਕੇ।